सत श्री अकाल जी। अज असी पहुंचे हाँ सरदार मनजीत सिंह ने जो पुलिस दे विच इंस्पैक्टर होंदे थे। काफ़ी टाइम उन्होंने नाभा दे विच भी पुलिस की नौकरी की आ, पर उन्होंने सपुत्र की मौत हो जाती है 2017 दे विच। मौत हो जाती है कि उहदा कहते मर्डर किया गया सी, पर अज तक इन्हों पुलिस तो इंसाफ नहीं मिलिया। दर दर दियां ठोकरां खाण लई मजबूर आ। गलबात करांगे असी मनजीत सिंह जी। मनजीत सिंह जी, किस तरह देखते हो तुहाडे पुत्र की मौत किवें हुई? फिर मैं 14/3/17 ਨੂੰ SHO ਲੱਗਿਆ ਸੀ ਧਰਮਗੜ੍ਹ ਜ਼ਿਲ੍ਹਾ ਸੰਗਰੂਰ 'ਚ। संगरूर जिले तैनात थे तुसीं? ठीक है जी। ਮੇਰੇ ਘਰ ਦਾ ਕੈਮਰਾ ਖਰਾਬ ਸੀਗਾ। ਮੈਂ ਬੇਟੇ ਨੂੰ ਕਿਹਾ ਕੈਮਰਾ ਠੀਕ ਕਰਾ ਲਾ, ਹਾਲਾਤ ਮਾੜੇ ਨੇ। ਇਲੈਕਸ਼ਨ ਦਾ ਟਾਈਮ ਸੀ ਉਦੋਂ। ਤੇ ਬੇਟੇ ਨੇ ਆਪਣੇ ਦੋਸਤ ਜਗਜੀਤ ਸਿੰਘ ਉਹ ਲਿਆਂਦਾ, ਜਿਹੜਾ ਕਿ ਚੌਧਰੀ ਮਾਜਰੇ ਦਾ ਰਹਿਣ ਵਾਲਾ ਹੈ। ਉਹ ਇੱਕ ਦੋ ਮਿੱਤਰਾਂ ਨੂੰ ਨਾਲ ਲੈ ਕੇ ਇੱਥੇ ਆ ਗਏ। ਉਹਨਾਂ ਨੇ ਕੈਮਰਾ ਠੀਕ ਕੀਤਾ। ਕੈਮਰਾ ਠੀਕ ਕਰਨ ਤੋਂ ਬਾਅਦ ਕਹਿੰਦੇ ਜਗਜੀਤ ਸਿੰਘ ਨੇ ਚਾਲ ਬਣਾਈ ਵੀ ਤੇਰੇ ਡੈਡੀ SHO ਲੱਗੇ ਨੇ ਧਰਮਗੜ੍ਹ, ਪਾਰਟੀ ਕਰ भी तुसीं पार्टी करो, जिहड़ा कैमरे ठीक करना है। हाँ वो कहना जगजीत सिंह कहना तुसीं पार्टी करो भी थोड़े डैडी SHO लगे ने। चलो बेटे ने पैग पुग लवाता उन्होंने उत्थे ठेके ले आके। उस तो बाद फिर वो घर आ गए। घर आके पैदल आ गए। नाल एक जगजीत सिंह सी उर्फ मिट्ठू, ਉਹਦੇ ਨਾਲ एक ਉਹਦਾ ਭਰਾ ਸੀਗਾ ਧਰਮਿੰਦਰ, एक बंदा होर सी। तिन्ने आ गए। जान के लेट हो गए। ਉਹਨਾਂ ਦੇ ਮਨ ਦੇ ਵਿੱਚ ਮੈਲ ਸੀ भी लेट इनू नाल ले जाके उत्थे दा मर्डर कर दांगे। 9:30 पौने 10 इत्थों आए बहाने नाल। बेटे नूं कहंदे भी साडे कोल व्हीकल नहीं हैगा, तू सानू रात नूं आउंदे ने। हाँ जी, रात नूं 9:30 बजे कहंदे सानू तू चौधरी माजरे पिंड छड्ड गया। बेटा कहंदा भी मैं सवेरे बच्चों नूं स्कूल छड्डण जाना हुंदा, भी तुसीं लेट आओगे, भी तुसीं मेरा मोटरसाइकिल लै जाओ। कहंदा नहीं नहीं, तू सानू आप खुद छड्ड गया। इत्थों पैग पुग ला के जी बेटे नूं बहाने नाल बरगला के लै गए। घरे ले जाके पैग दे विच कोई चीज़ पा के देती बेटे नूं। ते बेटा वापस आ गया। तो वापस आउंदा रस्ते विच डिग पिया। डिग्गिया होया एक हरपाल सिंह नां दा बंदा, वो मैनूं भी जाणदा सी। न्यू धमान दे एग्रो वर्क दे विच कंबाइन देना दे काम करदा सी। कुलवीर सिंह दे कोल। कुलवीर सिंह मेरा दोस्त है। ਉਹਨੇ ਕੁਲਵੀਰ ਸਿੰਘ ਨੂੰ ਫੋਨ ਕਰਿਆ ਵੀ ਐਂ ਲੱਗਦਾ ਵੀ ਜਿਵੇਂ ਮਨਜੀਤ ਸਿੰਘ ਦਾ ਬੇਟਾ ਡਿੱਗਿਆ ਪਿਆ ਹੁੰਦਾ। ਉਹਨੇ ਮੈਨੂੰ ਫੋਨ ਕੀਤਾ, ਕਹਿੰਦਾ ਤੁਹਾਡਾ ਬੇਟਾ ਇੱਥੇ ਡਿੱਗਿਆ ਪਿਆ। ਮੈਨੂੰ ਕੁਲਵੀਰ ਸਿੰਘ ਕਹਿੰਦਾ ਵੀ ਮੈਂ ਮੌਕੇ 'ਤੇ ਖੜ੍ਹਾ, ਵੀ ਕੀ ਗੱਲ ਹੋਈ ਆ। ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ, ਵੀ ਤੁਸੀਂ ਜਾ ਕੇ ਹੌਸਪੀਟਲ ਲੈ ਜਾਓ। ਉਹ ਇੱਥੇ ਲੈ ਆਏ ਘਰੇ, ਇੱਥੇ ਲੈ ਕੇ। ਉਹਦੇ ਨਾਲ ਇੱਕ ਬੰਦਾ ਹੋਰ ਸੀ। ਉਹ ਕਹਿੰਦਾ ਵੀ ਐਂ ਲੱਗਦਾ ਵੀ ਜਿਵੇਂ ਵੀਰੇ ਦੀ ਨਾ ਨਬਜ਼ ਖੜ੍ਹਦੀ ਜਾਂਦੀ, ਆਪਾਂ ਇਹਨੂੰ ਹੌਸਪੀਟਲ ਲੈ ਚੱਲੀਏ। ਉਹ ਜਾ ਕੇ ਹੌਸਪੀਟਲ ਲੈ ਗਏ। ਅਤੇ ਇੰਨੇ ਮੈਂ ਵੀ ਆ ਗਿਆ ਜੀ ਉੱਥੇ। ਫਿਰ ਮੇਰੀ ਬੇਟੀ ਅਤੇ ਨੂੰਹ ਵੀ ਚਲੇ ਗਏ। ਤੁਸੀਂ ਧਰਮਗੜ੍ਹ ਤੋਂ ਫਿਰ ਇੱਥੇ ਆ ਗਏ? ਮੈਂ ਧਰਮਗੜ੍ਹ ਤੋਂ ਰਾਤ ਨੂੰ 12 ਵਜੇ ਮੁੜਿਆ, ਵਾਪਸ ਆਇਆ। ਤੇ ਆ ਕੇ ਦੇਖਿਆ ਤੇ ਬੇਟਾ ਦੀ ਡੈੱਡ ਬੋਡੀ ਹੌਸਪੀਟਲ ਦੇ ਵਿੱਚ ਪਈ ਸੀਗੀ ਤੇ ਮੋਰਚਰੀ ਚ ਲਵਾਤੀ। ਦੂਸਰੇ ਦਿਨ 15/3/17 ਨੂੰ ਉਹਦਾ ਪੋਸਟਮਾਰਟਮ ਹੋਇਆ। ਤੇ ਉਸ ਟਾਈਮ ਮਤਲਬ ਮੈਨੂੰ ਸ਼ੱਕ ਨਹੀਂ ਸੀ, ਕਿਉਂਕਿ ਜਗਜੀਤ ਸਿੰਘ ਜਿਹੜਾ ਉਹ ਭਰਾ ਬਣਿਆ ਹੋਇਆ ਸੀ ਮੇਰੇ ਬੇਟੇ ਦਾ। ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆ, ਫਿਰ ਤੁਸੀਂ ਉਹ ਦੇਖੀ, ਉਹਦੇ ਵਿੱਚ ਕੀ ਆਇਆ? ਉਹ ਪੋਸਟਮਾਰਟਮ ਦੀ ਰਿਪੋਰਟ 2 ਸਾਲ ਬਾਅਦ ਲੇਟ ਆਈ ਜੀ। ਉਹ ਉਸ ਟਾਈਮ ਤਾਂ ਮੈਨੂੰ ਮਤਲਬ ਇਹ ਹੋਇਆ ਵੀ ਚੱਲ ਵੀ ਬੱਚੇ ਨੂੰ ਸ਼ਾਇਦ ਉਹ ਆਪ ਹੀ ਕਹਿਣ ਲੱਗ ਗਿਆ ਜਗਜੀਤ ਸਿੰਘ, ਕਹਿੰਦਾ ਇਹਨੂੰ ਅਟੈਕ ਹੋ ਗਿਆ ਅੰਕਲ ਜੀ, ਅਟੈਕ ਹੋ ਗਿਆ ਇਹਨੂੰ। ਚਲੋ ਅਸੀਂ ਅਟੈਕ ਦੇ ਵਿੱਚ ਰਹਿ ਗਏ। ਅਸੀਂ ਪੋਸਟਮਾਰਟਮ ਕਰਾ ਲਿਆ। ਫਿਰ ਪੋਸਟਮਾਰਟਮ ਕਰਾਉਣ ਜਦੋਂ ਜਾਂਦੇ ਹਾਂ, ਉਹ ਇੱਕ ਮੇਰਾ ਦੋਸਤ ਆ ਮੁੰਡਾ ਜਗਰੂਪ ਚੌਂਦੇ ਪਿੰਡ ਤੋਂ, ਮੇਰੇ ਨਾਲ ਹੀ ਨੌਕਰੀ ਕੀਤੀ ਉਹਨੇ। ਉਹਦੇ ਪਿੱਛੇ ਬੈਠ ਗਿਆ ਉਹ ਜਗਜੀਤ ਸਿੰਘ। ਕਹਿੰਦਾ ਅੰਕਲ ਜੀ ਹੁਣ ਇਹ ਪੋਸਟਮਾਰਟਮ ਕਿਉਂ ਕਰਾ ਰਹੇ ਨੇ? ਕਹਿੰਦੇ ਸੋਨੂ ਦਾ ਵੀ ਡੈਥ ਤਾਂ ਉਹਦੀ ਹੋ ਗਈ। ਉਹ ਕਹਿੰਦਾ ਇਹਨਾਂ ਨੂੰ ਮੌਤ ਦੇ ਕਾਰਨਾਂ ਤੋਂ ਬਿਨਾਂ ਪਤਾ ਕਿਵੇਂ ਲੱਗੂਗਾ? ਪਤਾ ਕਿਵੇਂ ਲੱਗੂ? ਹਾਂ, ਨੀਂਦ ਇਹਨਾਂ ਨੂੰ ਕਿਵੇਂ ਆਊਗੀ? ਇਕੱਲਾ ਬੇਟਾ ਸੀ ਇਹਨਾਂ ਦੇ। ਤੇ ਕਹਿੰਦਾ ਚੱਲ ਹੁਣ ਤਾਂ ਇਹਨਾਂ ਦੀ ਸੇਵਾ ਮੈਂ ਹੀ ਕਰਨੀ, ਇੱਥੇ ਮੈਂ ਹੀ ਰਿਹਾ ਕਰੂੰਗਾ। ਅੱਛਾ ਜੀ। ਹਾਂਜੀ। ਤੇ ਉਸ ਤੋਂ ਬਾਅਦ ਚਲੋ ਮੈਂ ਉਹ 74 ਦੀ ਕਾਰਵਾਈ ਕਰਾਤੀ। 74 ਦੀ ਕਾਰਵਾਈ ਕਰਾਉਣ ਤੋਂ ਬਾਅਦ ਬਿਸਰਾ ਰਿਪੋਰਟ 2 ਸਾਲ ਲੇਟ ਆਈ। 2 ਸਾਲ ਲੇਟ ਆਈ ਰਿਪੋਰਟ। ਲੇਟ ਜਦੋਂ ਆਈ ਰਿਪੋਰਟ, ਮੈਂ ਪਤਾ ਕੀਤਾ ਥਾਣੇ ਜਾ ਕੇ ਸਦਰ। ਮੈਂ ਐਡੀਸ਼ਨਲ SHO ਕੋਤਵਾਲੀ ਨਾਭੇ ਲੱਗਿਆ ਸੀ ਉਦੋਂ। ਤੇ ਮੈਨੂੰ ਪਤਾ ਲੱਗਿਆ ਵੀ ਇਹਦੇ ਵਿੱਚ ਪੋਇਜ਼ਨ ਆਈ ਹੈ। ਮੈਂ ਆਪਦਾ ਬਿਆਨ ਲਿਖ ਕੇ ਉਦੋਂ SHO ਸਾਹਿਬ ਸੀਗੇ ਸ਼੍ਰੀ ਜੈਇੰਦਰ ਰੰਧਾਵਾ, ਉਹਨੂੰ ਮੈਂ ਦੇ ਗਿਆ। ਮੈਂ ਕਿਹਾ ਸਰ ਇੱਦਾਂ ਕਰਕੇ ਮੇਰੇ ਬੇਟੇ ਦਾ ਮਰਡਰ ਹੋਇਆ, ਦੇਖ ਲਓ ਜ਼ਹਿਰ ਆਈ ਹੈ, ਵੀ ਤੁਸੀਂ ਪਰਚਾ ਦਰਜ ਕਰੋ। ਉਹਨਾਂ ਨੇ ਮੇਰੇ ਕਹਿਣ 'ਤੇ ਕੋਈ ਕਾਰਵਾਈ ਨਹੀਂ ਕੀਤੀ। ਨਹੀਂ, ਤੁਹਾਡੇ ਹੁੰਦੇ ਤੁਸੀਂ ਵੀ ਸਦਰ ਪੁਲਿਸ ਨਾਭਾ ਦੇ ਵਿੱਚ ਤੇ
ਮੈਂ ਕਤਵਾਲੀ ਨਾਭੇ ਸੀ, ਤੁਸੀਂ ਕਤਵਾਲੀ ਤੇ ਜੈਇੰਦਰ ਰੰਧਾਵਾ ਸਦਰ ਨਾਭਾ ਦੇ ਨਾਭੇ ਲੱਗਿਆ ਸੀ। ਉਹਨਾਂ ਨੇ ਕੋਈ ਕਾਰਵਾਈ ਨਹੀਂ ਕੋਈ ਨਹੀਂ ਕਾਰਵਾਈ ਕੀਤੀ। ਉਸ ਤੋਂ ਬਾਅਦ ਮੈਂ ਬਹੁਤ ਮਿੰਨਤਾਂ ਕਰੀਆਂ, ਫੋਨ ਕਰਦਾ ਰਿਹਾ ਵੀ ਸਰ ਕਰ ਦਿਓ, ਪਰਚਾ ਦਰਜ ਕਰ ਦਿਓ। ਪਰਚਾ ਦਰਜ ਕਰਨਾ ਤਾਂ ਬਣਦਾ ਜਦੋਂ ਪੋਇਜ਼ਨ ਆਈ ਹੈ, ਤੇ ਵੀ ਉਸ ਤੇ ਨਹੀਂ ਬਣਦਾ ਸੀ ਜਿਸ ਦਿਨ ਪੋਇਜ਼ਨ ਦਾ ਰਿਜ਼ਲਟ ਆਇਆ ਸੀ। ਤੇ ਡਾਕਟਰ ਸਾਹਿਬ ਨੇ ਵੀ ਦੇਤਾ ਵੀ ਪੋਇਜ਼ਨ ਹੈ, ਤੇ ਫਿਰ ਵੀ ਪਰਚਾ ਦਰਜ ਨਹੀਂ ਕੀਤਾ। ਉਸ ਤੋਂ ਬਾਅਦ ਸਰ ਜਸਵੰਤ ਸਿੰਘ ਸਬ ਇੰਸਪੈਕਟਰ ਧੂਰੀ ਵਾਲੇ ਬਦਲ ਕੇ ਆਏ ਇੱਥੇ, ਉਹਨਾਂ ਨੇ ਫਿਰ ਉਹ ਫਾਈਲ ਛੇੜੀ, ਉਹਨਾਂ ਨੂੰ ਬੁਲਾਇਆ, ਪਰਵਾਨੇ ਨੋਟ ਕਰਾਏ। ਪਰਵਾਨੇ ਨੋਟ ਕਰਾਉਣ ਤੋਂ ਬਾਅਦ ਉਹ ਬੰਦੇ ਘਰੋਂ ਭੱਜ ਗਏ ਤਫਤੀਸ਼ ਦੇ ਵਿੱਚ ਸ਼ਾਮਲ ਨਹੀਂ ਹੋਏ। ਤੇ ਸਰ ਜਸਵੰਤ ਸਿੰਘ ਨੇ ਫਿਰ ਡੀਏ ਲੀਗਲ ਨੂੰ ਭੇਜਤਾ। ਡੀਏ ਲੀਗਲ ਨੇ ਆਪਣੀ ਰਿਪੋਰਟ ਦੇ ਵਿੱਚ ਲਿਖਤਾ ਰਜਿਸਟਰਡ ਦਾ ਕੇਸ, ਤੇ ਐਸਐਸਪੀ ਸਿੱਧੂ ਸਾਹਿਬ ਲੱਗੇ ਸੀ, ਸਰ ਮਨਦੀਪ ਸਿੰਘ ਸਿੱਧੂ, ਜਿਹੜੇ ਕਿ ਹੁਣ ਸੰਗਰੂਰ ਨੇ, ਪਟਿਆਲਾ ਲੱਗੇ ਹੋਏ। ਹਾਂਜੀ, ਉਦੋਂ ਪਟਿਆਲਾ ਐਸਐਸਪੀ ਲੱਗੇ ਸੀ, ਉਹਨਾਂ ਨੇ ਯੈਸ ਕਰਤੀ, ਅਪਰੂਵ ਕਰਤਾ, ਪਰਚਾ ਦਰਜ ਹੋ ਗਿਆ। 20/5/20 ਨੂੰ ਪਰਚਾ ਦਰਜ ਹੋ ਗਿਆ। ਉਸ ਤੋਂ ਬਾਅਦ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਇੱਕ ਮੁਲਜ਼ਮ ਦੀ ਅਗੇਤਰੀ ਜ਼ਮਾਨਤ ਹੋਈ ਆ, ਉਹ ਵੀ ਹਾਲੇ ਰੈਗੂਲਰ ਨਹੀਂ ਹੋਈ ਹੈਗੀ, ਉਹਦੀ 21/7 ਲੱਗੀ ਆ। ਜਿਹੜਾ ਮੇਨ ਮੁਲਜ਼ਮ ਆ ਉਹਨੂੰ ਬੁਲਾਇਆ ਨਹੀਂ ਜਾ ਰਿਹਾ, ਉਹਦਾ ਕੋਈ ਪੀਓ ਦੀ ਕਾਰਵਾਈ ਨਹੀਂ ਹੋ ਰਹੀ। ਉਹਦੇ ਪਰਿਵਾਰਕ ਮੈਂਬਰਾਂ ਦਾ ਪੂਰਿਆਂ ਦਾ ਨਾਂ ਹੈ ਵਿੱਚ, ਉਹਨਾਂ ਨੂੰ ਕਦੇ ਸ਼ਾਮਲ ਤਫਤੀਸ਼ ਨਹੀਂ ਕੀਤਾ, ਜਦੋਂ ਕਿ ਉਹਦੀ ਮਾਂ ਗੁਰਮੀਤ ਕੌਰ ਨਰੇਗਾ ਦੇ ਵਿੱਚ ਕੰਮ ਕਰਦੀ ਹੈ। ਤੇ ਮੈਂ ਜਦੋਂ ਅਫਸਰਾਂ ਕੋਲ ਜਾਂਦਾ, ਮੈਨੂੰ ਕਹਿੰਦੇ ਨੇ ਹਾਂ ਜੀ ਕਰਦੇ ਹਾਂ, ਅਸੀਂ ਪੀਓ ਦੀ ਕਾਰਵਾਈ ਕਰਨ ਲੱਗੇ ਪਏ ਹਾਂ। ਮੈਂ ਕੱਲ੍ਹ ਵੀ ਪਤਾ ਕੀਤਾ ਤੇ ਕੋਈ ਕਾਰਵਾਈ ਨਹੀਂ। ਡੀਐਸਪੀ ਸਾਹਿਬ ਨੂੰ ਮਿਲਿਆ ਮੈਂ, ਐਸਐਸਪੀ ਸਾਹਿਬ ਸੀਗੇ, ਭੁੱਲਰ ਸਾਹਿਬ ਸੀਗੇ, ਪਹਿਲਾਂ ਉਹਨਾਂ ਨੂੰ ਮਿਲਿਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਸਿੱਟ ਬਣਾਤੀ, ਸਰ ਆਪਣੇ ਸ਼੍ਰੀ ਮਹਿਤਾਬ ਸਿੰਘ ਜੀ ਐਸਪੀਡੀ ਸਾਹਿਬ ਨੂੰ ਦੇ ਦਿੱਤੀ ਵੀ ਸਿੱਟ ਦੇ ਇੰਚਾਰਜ ਨੇ ਇਹ, ਉਹਨਾਂ ਨੂੰ ਵੀ ਮੈਂ ਬਹੁਤ ਵਾਰੀ ਮਿਲ ਲਿਆ, ਉਹਨਾਂ ਨੇ ਵੀ ਕੁਛ ਨਹੀਂ ਕਰਿਆ। ਉਹ ਡੀਐਸਪੀ ਸਾਹਿਬ ਨੂੰ ਵੀ ਕਈ ਵਾਰੀ ਮਿਲ ਲਿਆ, ਨਾਭੇ ਵਾਲਿਆਂ ਨੂੰ, ਛਿੱਬਰ ਸਾਹਿਬ ਨੂੰ, ਉਹਨਾਂ ਨੇ ਵੀ ਕੁਛ ਨਹੀਂ ਕਰਿਆ। ਮਤਲਬ ਮੈਂ ਹਾਰ ਗਿਆ। ਮੇਰਾ ਸੁਸਾਈਡ ਕਰਨ ਨੂੰ ਜੀ ਕਰਦਾ ਵੀ ਇੱਕ ਮੇਰੇ ਦਾ ਬੇਟੀਆਂ ਨਾ ਹੁੰਦੀਆਂ, ਮੈਂ ਸੁਸਾਈਡ ਕਰ ਜਾਂਦਾ। ਇੱਕ ਪੁਲਿਸ ਅਫਸਰ ਦਾ ਜਵਾਨ ਬੇਟਾ ਦਾ ਮਰਡਰ ਹੋ ਜਾਏ ਤੇ ਕੋਈ ਪੁੱਛੇ ਨਾ, ਇਹ ਆਮ ਪਬਲਿਕ ਦਾ ਕੀ ਬਣੂਗਾ? ਗਰੀਬਾਂ ਨੂੰ ਕੌਣ ਪੁੱਛਦਾ? ਦਫ਼ਤਰਾਂ ਦੇ ਵਿੱਚ ਕੋਈ ਨਹੀਂ ਪੁੱਛਦਾ। ਮੈਂ ਹਜ਼ਾਰਾਂ ਰੁਪਏ ਦਾ ਤੇਲ ਫੂਕਦਾ ਗੱਡੀਆਂ 'ਚ ਜਾ ਕੇ ਅਫਸਰਾਂ ਕੋਲ ਵੀ ਜੀ ਮੇਰੇ ਬੇਟੇ ਦੇ ਕਾਤਲਾਂ ਨੂੰ ਫੜੋ, ਮੈਨੂੰ ਚੈਨ ਨਹੀਂ ਆ ਰਹੀ, ਨੀਂਦ ਨਹੀਂ ਆ ਰਹੀ। ਹਾਂ ਕਰਦੇ ਆ। ਫਿਰ ਮੈਂ ਇਹ ਵੀ ਕਿਹਾ, ਮੈਂ ਕਿਹਾ ਸਰਦਾਰ ਹਰਭਜਨ ਸਿੰਘ ਲੱਗੇ ਨੇ ਚੌਕੀ ਇੰਚਾਰਜ ਆਪਣੇ ਦੰਦਰਾ ਢਿੰਡ ਤੇ, ਉਹਨਾਂ ਨੂੰ ਦੇ ਦਿਓ ਮਿਸਲ। ਕਹਿੰਦੇ ਨਹੀਂ, ਉਹ ਦੇ ਨਹੀਂ ਸਕਦੇ। ਓਕੇ, ਉਹਨਾਂ ਨੂੰ ਦੇ ਨਹੀਂ ਸਕਦੇ, ਕਹਿੰਦੇ ਨਹੀਂ ਸਕਦੇ ਮਿਸਲ। ਜਿਵੇਂ ਨਾ 6114 ਦੀ ਵੀ ਐਕਸਾਈਜ਼ ਦੀ ਮਿਸਲ ਇੱਦਾਂ, ਕਦੇ ਕਿਸੇ ਐਸਆਈ ਅਣਜਾਣ ਐਸਆਈ ਨੇ ਕੰਮ ਨਹੀਂ ਆਉਂਦਾ ਹੈਗਾ, ਕਦੇ ਕਿਸੇ ਐਸਆਈ ਨੂੰ ਫੜਾਤੀ, ਕਦੇ ਕਿਸੇ ਐਸਆਈ ਨੂੰ ਫੜਾਤੀ। ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ ਵੀ ਜਿਵੇਂ ਮਰਡਰ ਦਾ ਪਰਚਾ ਤੇ ਬਹੁਤ ਬਰੀਕੀ ਨਾਲ ਛਾਣਬੀਣ ਹੋਵੇ, ਕੋਈ ਛਾਣਬੀਣ ਨਹੀਂ ਹੋਈ। ਜਿਹੜੇ ਉਦੋਂ ਦੇ ਐਸਐਚਓ ਤੇ ਜਦੋਂ ਮਾਮਲਾ ਦਰਜ ਹੋਇਆ ਤਾਂ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ? ਉਹ ਕੀ ਸ਼ੱਕ ਦੇ ਘੇਰੇ 'ਚ ਸੀ ਕੋਈ? ਜੈਇੰਦਰ ਰੰਧਾਵਾ ਸਾਹਿਬ ਦੀਆਂ ਮੈਂ ਮਿੰਨਤਾਂ ਕਰੀਆਂ, ਮੈਂ ਕਿਹਾ ਜੀ ਬੰਦੇ ਫੜ ਲਓ। ਮੈਂ ਫੋਨ ਵੀ ਕਰਦਾ ਰਿਹਾ ਬਗਾਏ ਵੀ ਜੀ ਫੜ ਲਓ ਬੰਦੇ ਇੱਥੇ ਬੰਦੇ ਨੇ। ਹਾਂ ਮਨਜੀਤ ਸਿੰਘ, ਤੈਨੂੰ ਇਨਸਾਫ ਮਿਲੂਗਾ। ਜਦੋਂ ਕਿ ਜਸਵੰਤ ਸਿੰਘ ਨੂੰ ਕਹਿੰਦੇ ਆਪਾਂ ਕਿਸੇ ਨਾਲ ਨਜਾਇਜ਼ ਨਹੀਂ ਕਰਨੀ ਹੈਗੀ। ਸਰ ਜਸਵੰਤ ਸਿੰਘ ਕਹਿੰਦੇ ਵੀ ਇਹਦਾ ਇਕੱਲਾ ਬੇਟਾ ਸੀਗਾ, ਇਹਦੇ ਨਾਲ ਤਾਂ ਨਜਾਇਜ਼ ਹੋ ਗਈ। ਫਿਰ ਇਹ ਜੈਇੰਦਰ ਰੰਧਾਵੇ ਨੇ ਜਸਵੰਤ ਸਿੰਘ ਨੂੰ ਦੱਸੀ ਗੱਲ ਕਹੀ, ਹਾਂ ਵੀ ਆਪਾਂ ਕਿਸੇ ਨਾਲ ਨਜਾਇਜ਼ ਨਹੀਂ ਕਰਨੀ। ਉਹ ਕਹਿੰਦਾ ਫਿਰ ਸਰ ਮਨਜੀਤ ਸਿੰਘ ਦਾ ਇਕੱਲਾ ਬੇਟਾ ਸੀ, ਉਹਦੇ ਨਾਲ ਤਾਂ ਨਜਾਇਜ਼ ਹੋ ਗਈ, ਉਹਦਾ ਤਾਂ ਇਕੱਲਾ ਘਰ ਦਾ ਦੀਵਾ ਬੁਝ ਗਿਆ। ਹਾਂ, ਤੇ ਮੈਨੂੰ ਜਿਸ ਤੱਕ ਸ਼ੱਕ ਹੈ ਵੀ ਮੇਰੇ ਬੇਟੇ ਦਾ ਮਰਡਰ ਕਰਾਈ ਪੁਲਿਸ ਅਫਸਰਾਂ ਨੇ, ਜਿਹੜੇ ਉਸ ਟਾਈਮ ਇੱਥੇ ਮੌਜੂਦ ਤੇ। ਹੋ ਸਕਦਾ ਕਿਉਂਕਿ ਮੈਂ ਐਨਡੀਪੀਐਸ ਦੇ ਮੁਕੱਦਮੇ ਬਹੁਤ ਦਰਜ ਕੀਤੇ, ਹੋ ਸਕਦਾ ਕਿਸੇ ਸਮਗਲਰ ਨੇ ਮਰਵਾਤਾ ਹੋਵੇ ਸੁਪਾਰੀ ਦੇ ਕੇ। ਤੇ ਜਿਹੜਾ ਕਿਉਂਕਿ ਉਹ ਜਗਜੀਤ ਸਿੰਘ ਆਪਣੇ ਬਿਆਨਾਂ 'ਚ ਖੁਦ ਮੰਨਿਆ ਕਿ ਭਈ ਇੱਥੇ ਇਹਨਾਂ ਦੀ ਸੇਵਾ ਤਾਂ ਹੁਣ ਮੈਂ ਹੀ ਕਰਿਆ ਕਰੂੰਗਾ, ਕਿਉਂਕਿ ਗੱਡੀਆਂ ਗੁੱਡੀਆਂ ਦੇਖ ਕੇ ਕੋਠੀ ਦੇਖ ਕੇ ਪ੍ਰਭਾਵਿਤ ਹੋ ਗਿਆ ਵੀ ਇਹਦਾ ਘੜੋਗਾ ਚੱਕ ਦਿੰਦੇ ਆ, ਚੱਲ ਮੁੜ ਕੇ ਮੈਂ ਮੌਜਾਂ ਕਰੂੰਗਾ ਇੱਥੇ। ਬਿਲਕੁਲ। ਜਦੋਂ ਤੁਸੀਂ ਤੈਨਾਤ ਤੇ ਪੁਲਿਸ ਵਿਭਾਗ ਦੇ ਵਿੱਚ ਨਾਭਾ ਦੇ ਵਿੱਚ ਵੀ ਤੁਸੀਂ ਐਨਡੀਪੀ ਐਕਟ ਦੇ ਮਾਮਲੇ ਦਰਜ ਕੀਤੇ ਨੇ? ਹਾਂਜੀ, ਬਹੁਤ ਮੁਕੱਦਮੇ ਦਰਜ ਕੀਤੇ ਨੇ ਜੀ। ਉਹ ਮਤਲਬ ਪਰ ਤੁਸੀਂ ਲੋਕਾਂ ਨੂੰ ਇਨਸਾਫ ਦਿਵਾਉਣੇ, ਪਰ ਤੁਹਾਨੂੰ ਇਨਸਾਫ ਨਹੀਂ ਮਿਲਿਆ। ਇੱਕ ਪੈਸੇ ਦਾ ਵੀ ਇਨਸਾਫ ਨਹੀਂ ਮਿਲਿਆ ਜੀ। ਇੱਕ ਪੈਸੇ ਦਾ ਇਨਸਾਫ ਵੀ, ਰੁਪਈਏ ਚੋਂ ਇੱਕ ਪੈਸੇ ਦਾ ਵੀ ਇਨਸਾਫ ਮਿਲ ਜਾਵੇ, ਕੋਈ ਇਨਸਾਫ ਨਹੀਂ। ਮੈਂ ਤਾਂ ਇਹ ਕਹੂੰਗਾ ਵੀ ਜਦੋਂ ਤੋਂ ਮੈਂ ਨੌਕਰੀ ਮਤਲਬ ਛੱਡਤੀ, ਉਸ ਤੋਂ ਬਾਅਦ ਇਨਸਾਫ ਖਤਮ ਹੋ ਗਿਆ ਪੰਜਾਬ 'ਚ। ਇਨਸਾਫ ਨਾਂ ਦਾ ਚੀਜ਼ ਨਹੀਂ ਰਹੀ ਕੋਈ, ਕਿਉਂਕਿ ਹੁਣ ਸਿੱਧੂ ਮੂਸੇਵਾਲੇ ਦਾ ਮਰਡਰ ਹੋ ਗਿਆ, ਉਹ ਵੀ ਇਕੱਲਾ ਬੇਟਾ ਸੀ ਵਿਚਾਰਾ, ਉਹਦਾ ਵੀ ਮਤਲਬ ਦੀਵਾ ਬੁਝ ਗਿਆ, ਉਧਰ ਮੇਰੇ ਘਰ ਦਾ ਦੀਵਾ ਬੁਝ ਗਿਆ। ਉਹਨਾਂ ਨੂੰ ਇਨਸਾਫ ਮਿਲ ਜੂਗਾ ਜੇ ਤੁਹਾਨੂੰ ਨਹੀਂ ਮਿਲਿਆ? ਮੈਂ ਤਾਂ ਕਹਿੰਦਾ ਨਹੀਂ, ਜੇ ਮੈਨੂੰ ਨਹੀਂ ਮਿਲਿਆ ਤਾਂ ਇੱਕ ਪੁਲਿਸ ਅਫਸਰ ਹੋਣ ਦੇ ਨਾਤੇ ਉਹਨੂੰ ਵਿਚਾਰੇ ਫੌਜੀ ਅਫਸਰ ਨੂੰ ਕੀ ਮਿਲਣਾ? ਬਿਲਕੁਲ। ਤੁਸੀਂ ਉਸ ਤੋਂ ਬਾਅਦ ਮਨਜੀਤ ਸਿੰਘ ਜੀ, ਫਿਰ ਜਦੋਂ ਤੁਹਾਡੇ ਬੇਟੇ ਦਾ ਮਰਡਰ ਹੋ ਜਾਂਦਾ 2 ਸਾਲ ਬਾਅਦ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ, ਉਸ ਤੋਂ ਬਾਅਦ ਕਾਰਵਾਈ ਕਰਵਾਉਂਦੇ ਹੋ। ਫਿਰ ਤੁਹਾਡੀ ਮਦਰ ਵੀ, ਜਿਹੜੀ ਤੁਹਾਡੀ ਮਿਸੇਜ ਆ, ਪਤਨੀ ਹੈ ਤੁਹਾਡੀ, ਮੇਰੀ ਮਤਲਬ ਜਦੋਂ ਬੇਟੇ ਦਾ ਉਹਨੂੰ ਡੈਥ ਦੀ ਖਬਰ ਮਿਲੀ ਨਾ, ਮੇਰੀ ਮੈਡਮ ਨੂੰ ਮਤਲਬ 1 ਲੱਖ ਤੋਂ ਲੀਵਰ ਦਾ ਅਟੈਕ ਹੋ ਗਿਆ।
ਮੇਰਾ 15-20 ਲੱਖ ਰੁਪਇਆ ਲੱਗ ਗਿਆ ਉਹ ਗਮ ਦੇ ਵਿੱਚ। ਬਸ ਹਰ ਵਕਤ ਉਹਨੇ ਕਿਹਾ ਸੋਨੂੰ ਕਰਦੇ ਰਹਿਣਾ, ਮੇਰਾ ਸੋਨੂੰ ਆਹ ਖੜਾ, ਬੇਹੋਸ਼ ਹੋ ਜਾਂਦੇ ਸੀਗੇ, ਅਮੋਨੀਆ ਗੈਸ ਬਣ ਕੇ ਦਿਮਾਗ ਨੂੰ ਚੜ੍ਹ ਜਾਂਦੀ ਸੀ। ਕਦੇ ਮੈਂ ਅਪੋਲੋ ਦੇ ਵਿੱਚ 14 ਲੱਖ ਰੁਪਇਆ ਅਪੋਲੋ ਹਸਪੀਟਲ ਦੇ ਵਿੱਚ ਲਾਇਆ, ਦੀਪਕ ਹਸਪੀਟਲ ਦੇ ਵਿੱਚ ਮੈਂ 5-7 ਲੱਖ ਰੁਪਇਆ 10 ਲੱਖ ਲਾਇਆ। ਪਰ ਉਹ ਸਦਮਾ ਨਾ ਸਹਾਰਦੇ ਹੋਏ 3/8/2020 ਨੂੰ ਉਹ ਵੀ ਦੇਸ਼ ਦੁਨੀਆ ਤੋਂ ਚਲੇ ਗਏ। ਉਹ ਵੀ 2 ਸਾਲ ਮਗਰ ਉਹਨਾਂ ਦੀ ਡੈਥ ਹੋ ਗਈ। ਹਾਂਜੀ। ਫਿਰ ਨੂੰਹ ਰਾਣੀ ਤੁਹਾਡੀ? ਮੇਰੀ ਨੂੰਹ ਰਾਣੀ ਚਲੀ ਗਈ, ਪੋਤੀ ਚਲੀ ਗਈ ਜੀ, ਮੇਰਾ ਘਰ ਖਾਲੀ ਹੋ ਗਿਆ। ਤੁਹਾਡਾ ਘਰ ਖਾਲੀ ਹੋ ਗਿਆ, ਪਰ ਇਨਸਾਫ ਨਹੀਂ ਮਿਲਿਆ? ਕੋਈ ਇਨਸਾਫ ਨਹੀਂ ਮਿਲਿਆ ਜੀ, ਕੋਈ ਇਨਸਾਫ ਨਹੀਂ ਮਿਲਿਆ। ਉਹ ਨੇੜੇ ਤੇੜੇ ਦੇ ਲੋਕ ਤੇ ਜਿਹੜੇ ਤੁਹਾਡੇ ਬੇਟੇ ਦੇ ਦੋਸਤ ਤੇ ਕਿੱਥੇ ਦੇ ਤੇ ਰਹਿਣ ਵਾਲੇ ਹੋ? ਨਾਲ ਹੀ ਪਿੰਡਾ ਜੀ, ਚੌਧਰੀ ਮਾਜਰਾ ਜੀ। ਚੌਧਰੀ ਮਾਜਰਾ। ਹੁਣ ਤੁਹਾਨੂੰ ਕਿੰਨੇ ਦਿਨ ਹੋ ਗਏ ਪੁਲਿਸ ਅਫਸਰਾਂ ਨੂੰ ਮਿਲਿਆ ਨੂੰ? ਕੋਈ ਉੱਚ ਅਧਿਕਾਰੀਆਂ ਨੂੰ ਤੁਸੀਂ ਪਹੁੰਚ ਕੀਤੀ ਹੈ ਕੋਈ? ਮੈਂ ਤਾਂ ਜੀ ਮਤਲਬ ਹਰ ਰੋਜ਼ ਵਾਂਗੂ ਮਿਲਦਾ ਜੀ। 22/3/2022 ਨੂੰ ਮੈਂ ਇੱਕ ਦਰਖਾਸਤ ਗਰਗ ਸਾਹਿਬ SSP ਲੱਗੇ ਸੀ, ਉਹਨਾਂ ਨੂੰ ਦਿੱਤੀ। ਉਹਨਾਂ ਨੂੰ ਮੈਂ ਇਹੀ ਬੇਨਤੀ ਕੀਤੀ ਵੀ ਸਰ ਤੁਸੀਂ ਮਿਸਲ ਆ ਜਿਹੜੀ ਸਰਦਾਰ ਹਰਭਜਨ ਸਿੰਘ ਚੌਕੀ ਇੰਚਾਰਜ ਦੰਦਰਾਲ ਇਨਸਾਨ ਦੇ ਦਿਓ ਵੀ ਉਹ ਕਾਰਵਾਈ ਕਰਨਗੇ। ਉਹਨਾਂ ਨੇ SPD ਸਾਹਿਬ ਨੂੰ ਫੋਨ ਤੇ ਕਹਿਤਾ ਵੀ ਠੀਕ ਹੈ ਵੀ ਹਰਭਜਨ ਸਿੰਘ ਨੂੰ ਸਿੱਟ ਦਾ ਮੈਂਬਰ ਕਾਇਮ ਕਰਕੇ ਉਹਨੂੰ ਮਿਸਲ ਦੇ ਦਿਓ, ਕਾਰਵਾਈ ਕਰੂਗੀ, ਉਹਦੇ ਤੇ ਫੇਤ ਕਰਦੇ ਨੇ ਇਹ। ਤੇ ਫਿਰ ਮੈਨੂੰ ਕਹਿੰਦੇ ਜਾ ਤੂੰ SPD ਸਾਹਿਬ ਨੂੰ ਮਿਲ ਲੈ। ਮੈਂ ਡੀ ਸਾਹਿਬ ਨੂੰ ਮਿਲਿਆ, ਉਹ ਕਹਿੰਦੇ ਰੀਡਰ ਨੂੰ ਬੁਲਾਇਆ, ਕਹਿੰਦੇ ਤੁਸੀਂ ਇੰਜ ਕਰੋ ਵੀ ਹਰਭਜਨ ਸਿੰਘ ਨੂੰ ਸਿੱਟ ਦਾ ਮੈਂਬਰ ਬਣਾ ਕੇ ਉਹਨੂੰ ਮਿਸਲ ਦੇ ਦਿਓ। ਚਲੋ ਮੈਨੂੰ ਕਹਿੰਦੇ ਠੀਕ ਹੈ ਜੀ ਤੁਹਾਨੂੰ ਇਨਸਾਫ ਮਿਲੂ, ਜਾਓ। ਮੈਂ ਆ ਗਿਆ ਘਰ ਨੂੰ। ਦੂਏ ਦਿਨ ਮੈਨੂੰ DSP ਸਾਹਿਬ ਦੇ ਰੀਡਰ ਦਾ ਅਮਰਜੀਤ ਦਾ ਫੋਨ ਆਇਆ ਵੀ ਸਾਹਿਬ ਬੁਲਾਉਂਦੇ ਨੇ। ਮੈਂ ਤੇ ਸਾਹਿਬ ਦਰਸ਼ਨ ਸਿੰਘ ਰਿਟਾਇਰਡ ਆਪਣੇ SI ਉੱਥੇ ਰਹਿੰਦੇ ਨੇ ਆਸਾ ਕਲੋਨੀ 'ਚ, ਅਸੀਂ ਦੋਨੋਂ ਗਏ। ਮਿਸਲ ਮੰਗਾਈ ਗਈ। ਹਰਜਿੰਦਰ ਲਾਲ ਨੂੰ ਕਹਿੰਦੇ ਕੀ ਕਰਿਆ ਹੁਣ ਤੱਕ? ਆਹ ਕਰਿਆ ਜੀ, ਆਹ ਕਰਿਆ, ਉਹ ਕਰਿਆ। ਕਹਿੰਦੇ ਲਿਆ ਹੁਣੇ ਫੜਾ ਕੱਢ ਦਰਖਾਸਤ, ਹੁਣੇ ਵਾਰੰਟ ਲੈ ਗਿਆ। ਉਹ ਵਾਰੰਟ ਲੈਣ ਤੋਂ ਤਾਂ ਜੀ ਸਾਨੂੰ ਕਹਿੰਦੇ ਜਾਓ ਬਸ ਅਸੀਂ PO ਦੀ ਕਾਰਵਾਈ ਥੋੜ੍ਹੇ ਦਿਨਾਂ 'ਚ ਕਰ ਦਿੰਦੇ ਹਾਂ। ਅਤੇ ਕੱਲ੍ਹ ਜਦੋਂ ਮੈਂ ਪਤਾ ਕੀਤਾ ਕਹਿੰਦੇ ਹਾਲੇ ਤੱਕ ਤਾਂ ਇੱਕ ਵਾਰੰਟ ਵੀ ਨਹੀਂ ਲਿਆ ਹੈਗਾ। ਇਹ ਕਿੰਨੇ ਦਿਨ ਦੀ ਗੱਲ ਆ ਜਦੋਂ ਤੁਸੀਂ DSP ਨਾਭਾ ਨੂੰ ਮਿਲੇ? ਤੁਸੀਂ ਕੱਲ ਫੋਨ ਤੇ ਗੱਲ ਹੋਈ ਆ ਜੀ ਮੇਰੀ DSP ਸਾਹਿਬ ਨਾਲ। ਨਹੀਂ ਜਦੋਂ ਤੁਸੀਂ ਮੈਂ 23/3 ਨੂੰ ਮਿਲਿਆ ਜੀ DSP ਸਾਹਿਬ ਨੂੰ, 23/3 ਨੂੰ। ਹਾਂ 3 ਮਹੀਨੇ ਹੋ ਗਏ। ਹਾਂ ਜੀ 3 ਮਹੀਨੇ ਹੋ ਗਏ। ਮੈਨੂੰ ਕਹਿੰਦੇ ਅਸੀਂ PO ਦੀ ਕਾਰਵਾਈ ਕਰਾਂਗੇ, ਚੈੱਕ ਕਰ ਦਾਂਗੇ, ਉਹ ਕਰ ਦਾਂਗੇ। ਨੋ, ਕੋਈ ਨਹੀਂ। ਜਦ ਇੱਕ ਪੁਲਿਸ ਆਫਿਸਰ ਦਾ ਬੱਚਾ ਇਸ ਤਰ੍ਹਾਂ ਚਲਿਆ ਜਾਂਦਾ ਤਾਂ ਪਤਾ ਨਹੀਂ ਕਿੰਨੀਆਂ ਕੁ ਮਾਵਾਂ ਦੇ ਪੁੱਤ ਨੇ ਜਿਹੜੇ ਇਸ ਤਰ੍ਹਾਂ ਚਲੇ ਜਾਂਦੇ ਨੇ। ਜਿਹਦਾ ਪੁੱਤ ਚਲਾ ਜਾਂਦਾ ਉਹਨੂੰ ਉਹ ਇਨਸਾਫ ਭਾਲਦਾ ਵੀ ਇਨਸਾਫ ਹੋਵੇ, ਮੈਨੂੰ ਮਿਲੇ। ਪਰ ਤੁਸੀਂ 2 ਸਾਲ ਬਾਅਦ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਰਚਾ ਦਰਜ ਹੋਇਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਕੋਈ ਕਾਰਵਾਈ ਨਹੀਂ ਕੀਤੀ। ਪਰ ਉਸੇ ਥਾਣੇ ਦੇ ਵਿੱਚ ਜਿੱਥੇ ਤੁਸੀਂ ਤਾਇਨਾਤ ਤੇ ਬਹੁਤ ਮਾੜੀ ਗੱਲ ਆ, ਇੱਕ ਪੁਲਿਸ ਅਫਸਰ ਨੂੰ ਉਸ ਸਮੇਂ ਦੇ ਮੁਖੀ ਨੂੰ ਪਰਚਾ ਦਰਜ ਕਰਕੇ ਉਸ ਨੂੰ ਫੜ ਲੈਣਾ ਚਾਹੀਦਾ ਸੀ। ਮੈਨੂੰ ਤਾਂ ਇਹ ਸ਼ੱਕ ਹੈ ਵੀ ਜੈਇੰਦਰ ਰੰਧਾਵਾ ਜਿਹੜਾ SHO ਸੀ ਉਹਨੇ ਪਹਿਲਾਂ ਬੰਦੇ ਭਜਾਏ ਨੇ, ਉਦੋਂ ਬਾਅਦ FIR ਦਰਜ ਕੀਤੀ ਹੈ। ਇਹ ਸ਼ੱਕ ਪੂਰਾ ਜੈਇੰਦਰ ਰੰਧਾਵਾ ਦਾ ਪੱਕਾ ਹੱਥ ਹੈ ਮੇਰੇ ਬੱਚੇ ਨੂੰ ਮਰਡਰ ਦੇ ਵਿੱਚ, ਜਿਹੜੇ ਦੋਸ਼ੀਆਂ ਨੂੰ ਭਜਾਉਣ ਦੇ ਵਿੱਚ। ਹਾਂਜੀ। ਤੁਹਾਨੂੰ ਫਿਰ ਕਿਸ ਤਰ੍ਹਾਂ ਲੱਗਦਾ ਵੀ ਜੈਇੰਦਰ ਰੰਧਾਵਾ ਹੀ ਹੋ ਸਕਦਾ ਇਸ ਮਾਮਲੇ 'ਚ? ਹੋ ਸਕਦਾ ਜੀ, ਬਿਲਕੁਲ। ਤੁਸੀਂ ਕੋਈ ਆਪਦੇ ਇੱਕ ਮਿੰਟ ਮੇਰੀ ਗੱਲ ਸੁਣੋ ਜੀ। ਜਦੋਂ ਆਹ 2 ਕਿਲੋਮੀਟਰ ਦਾ ਮੁਲਜ਼ਮ ਨਹੀਂ ਫੜ ਸਕੇ ਉਹ, ਤੇ ਯੂਪੀ ਬਿਹਾਰ ਵਗੈਰਾ ਬਾਹਰਲੇ ਦੇਸ਼ ਤੋਂ ਕੀ ਕਰ ਲੈਣਗੇ? ਕੀ ਕਰ ਲੈਣਗੇ? ਤੁਹਾਡੇ ਹੁੰਦੇ ਜਦੋਂ ਤੁਸੀਂ ਮਨਜੀਤ ਸਿੰਘ ਜੀ ਰਹੇ ਹੋ, ਤੁਸੀਂ ਇਨਸਾਫ ਦਿੱਤਾ ਲੋਕਾਂ ਨੂੰ? ਮੈਂ ਕਿਹਾ ਜੀ ਇੰਨੀ ਇਮਾਨਦਾਰੀ ਨਾਲ ਨੌਕਰੀ ਕੀਤੀ ਹੈ। ਮੈਂ ਕਈ ਵਾਰੀ ਤਾਂ ਜਦੋਂ ਕਿਸੇ ਦੇ ਘਰ ਮੌਕਾ ਦੇਖਣ ਜਾਂਦਾ ਸੀ, ਉੱਥੇ ਬੱਚਿਆਂ ਦਾ ਹਾਲ ਦੇਖ ਕੇ ਮੈਂ 100 ਰੁਪਏ ਦੇ ਕੇ ਆਉਣਾ ਵੀ ਇਹਦੇ ਭਾਈ ਚੱਪਲਾਂ ਪਵਾ ਦਿਓ, ਆਟਾ ਲੈ ਕੇ ਦੇਣਾ, ਦੁੱਧ ਲੈ ਕੇ ਦੇਣਾ, ਇੱਥੋਂ ਤੱਕ ਰਿਕਸ਼ੇ ਦਾ ਕਿਰਾਇਆ ਤੱਕ ਵੀ ਦਿੱਤਾ ਮੈਂ ਲੋਕਾਂ ਨੂੰ ਵੀ ਘਰ ਜਾਣ ਦਾ। ਕਈ ਵਾਰੀ ਨੰਗੇ ਪੈਰੀ ਕੋਈ ਮਾਈ ਆ ਜਾਂਦੀ ਸੀ ਥਾਣੇ ਰਿਪੋਰਟ ਲਿਖਾਉਣ, ਉਹਨੂੰ ਪੈਸੇ ਚੱਪਲ ਪਵਾ ਕੇ ਪੈਸੇ ਦੇ ਕੇ ਤੋਰਨਾ ਵੀ ਮਾਤਾ ਲੈ ਚੱਪਲ ਪਾ ਕੇ ਜਾਈ। ਇੱਕ ਵਾਰੀ ਇੱਕ ਬਨੇਰੇ ਪਿੰਡ ਦੀ ਲੜਕੀ ਜਨਾਨੀ ਆ ਗਈ ਰਿਪੋਰਟ ਲਿਖਾਉਣ ਨੰਗੇ ਪੈਰੀ, ਉਹਨੂੰ ਸ਼ਾਮ ਨੂੰ ਨਾਲੇ ਤਾਂ ਚੱਪਲ ਲੈ ਕੇ ਦਿੱਤੀ, ਨਾਲੇ ਟੈਂਪੂ ਦਾ ਕਿਰਾਇਆ ਦੇ ਕੇ ਉਹਨੂੰ ਟੈਂਪੂ ਚੜਾਇਆ, ਮਾਤਾ ਜਾ ਟਾਈਮ ਨਾਲ ਘਰ ਜਾ। ਉਹ ਇਹ ਜਿਹਾ ਮਸਾਲਾ ਬਹੁਤ ਨੇ, ਇੱਕ ਨਹੀਂ ਬਹੁਤ ਨੇ ਮਸਾਲਾ, ਬਹੁਤ ਜ਼ਿਆਦਾ ਮਸਾਲਾ ਨੇ। ਮਨਜੀਤ ਸਿੰਘ ਜਿਹੜਾ ਜਿਨ੍ਹਾਂ ਤੇ ਤੁਹਾਨੂੰ ਸ਼ੱਕ ਆ, ਜਿਨ੍ਹਾਂ ਨੇ ਤੁਹਾਨੂੰ ਦਰਖਾਸਤ ਤੁਸੀਂ ਉਹਨਾਂ ਤੇ ਦਿੱਤੀ ਆ, ਕਿਹੋ ਜਿਹਾ ਕੋਈ ਉੱਚ ਰਾਜਨੀਤਿਕ ਲੋਕਾਂ ਤੱਕ ਪਹੁੰਚ ਰੱਖਦੇ ਨੇ ਉਹ? ਗੱਲ ਇਹ ਹੈ ਜੀ, ਹੈ ਤਾਂ ਮਤਲਬ ਉਹ ਲੋਅਰ ਵਰਗ ਦੇ ਬੰਦੇ ਨੇ, ਤੇ ਇਹ ਨਹੀਂ ਪਤਾ ਕਿਸੇ ਬੜੇ ਬੰਦੇ ਨੇ ਉਹਨਾਂ ਨੂੰ ਸਪਾਰੀ ਦੇ ਕੇ ਕੰਮ ਕਰਾਇਆ ਹੋਵੇ, ਵੀ ਉਹਨੂੰ ਤੋਂ ਕਰਾਇਆ ਹੋਵੇ। ਹਾਂ ਬਿਲਕੁਲ, ਸਪਾਰੀ ਦੇ ਕੇ ਕਰਾਇਆ ਹੋਵੇ। 5 ਸਾਲ ਦੇ ਵਿੱਚ 3 ਤੋਂ 4 SSP ਵੀ ਬਦਲੇ ਨੇ। SSP ਤੱਕ ਸਭ ਤੋਂ ਵੱਡੀ ਪਹੁੰਚ ਹੁੰਦੀ ਆ, ਜਿਸ ਮਾਪਿਆਂ ਨੂੰ ਦੁੱਖ ਹੁੰਦਾ ਵੀ SSP ਤੋਂ ਆਪਾਂ ਨੂੰ ਇਨਸਾਫ ਮਿਲੂਗਾ, ਪਰ ਤੁਹਾਨੂੰ ਕਿਸੇ SSP ਵੱਲੋਂ ਵੀ ਇਨਸਾਫ ਨਹੀਂ ਦਿਵਾਇਆ ਗਿਆ।
ਭੁੱਲਰ ਸਾਹਿਬ ਜਿਹੜੇ ਸੀਗੇ ਪਹਿਲੇ ਐਸਐਸਪੀ ਸਾਹਿਬ, ਉਹਨਾਂ ਨੂੰ ਮੈਂ ਸਾਡੀ ਪੈਨਸ਼ਨ ਐਸੋਸੀਏਸ਼ਨ ਦੇ ਦਫ਼ਤਰ ਦੇ ਵਿੱਚ ਮਿਲਿਆ, ਸਾਰੇ ਪੁਲਿਸ ਰਿਟਾਇਰਡ ਪੁਲਿਸ ਅਫਸਰਾਂ ਦੇ ਸਾਹਮਣੇ ਸਾਰੀ ਮੈਂ ਗੱਲ ਦੱਸੀ। ਮੈਂ ਕਿਹਾ ਸਰ ਆਹ ਗੱਲ ਹੋਈ ਹੈ ਮੇਰੇ ਨਾਲ ਵੀ ਮੈਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ। ਉਹ ਕਹਿੰਦੇ ਕੋਈ ਨਹੀਂ, ਤੂੰ ਮੇਰੇ ਕੋਲ ਦਫ਼ਤਰ ਆਈ। ਮੈਂ ਦਫ਼ਤਰ ਗਿਆ, ਕਹਿੰਦੇ ਸਿੱਟ ਬਣਾਤੀ ਹੁਣ ਤੇਰੇ ਕੇਸ ਦੀ, ਤੈਨੂੰ ਇਨਸਾਫ ਮਿਲੂਗਾ। ਸਿੱਟ ਨੇ ਮੈਨੂੰ ਕੋਈ ਇਨਸਾਫ ਨਹੀਂ ਦਿੱਤਾ। ਬਹੁਤ ਸ਼ਰਮ ਵਾਲੀ ਗੱਲ ਆ ਵੀ ਇੱਕ ਆਫੀਸਰਾਂ ਵੱਲੋਂ ਇੱਕ ਇੰਸਪੈਕਟਰ ਨੂੰ ਇਨਸਾਫ ਨਹੀਂ ਦਿਵਾਇਆ ਗਿਆ। ਬੜੀ ਸ਼ਰਮ ਵਾਲੀ ਗੱਲ ਆ। ਘਰ ਖਾਲੀ ਹੋ ਗਿਆ ਮਨਜੀਤ ਸਿੰਘ ਤੁਹਾਡਾ, ਹਨਾ? ਘਰ ਖਾਲੀ ਹੋ ਗਿਆ ਜੀ। ਮਤਲਬ ਮੇਰੇ ਕੋਲ ਕੋਈ ਲਫ਼ਜ਼ ਹੈ ਨਹੀਂ ਕਹਿਣ ਨੂੰ ਵੀ ਮੈਂ ਕੀ ਪੁਲਿਸ ਅਫਸਰਾਂ ਨੂੰ ਕਹਾਂ, ਕਿਹੜੇ ਮੈਂ ਲਫ਼ਜ਼ਾਂ ਦੇ ਨਾਲ ਬੇਨਤੀ ਉਹਨਾਂ ਨੂੰ ਕਰਾਂ ਵੀ ਤੁਸੀਂ ਮੈਨੂੰ ਇਨਸਾਫ ਦਿਓ। ਮੇਰੇ ਕੋਲ ਕੋਈ ਲਫ਼ਜ਼ ਬਾਕੀ ਨਹੀਂ ਹੈਗਾ ਵੀ ਮੈਂ ਕਿਵੇਂ ਝੋਲੀ ਅੱਡ ਕੇ ਇਨਸਾਫ ਮੰਗਾ ਉਹਨਾਂ ਤੋਂ, ਮੈਨੂੰ ਇਨਸਾਫ ਦਿਓ। ਬੜੀਆਂ ਦਰ ਦੀਆਂ ਠੋਕਰਾਂ ਖਾਣੀਆਂ ਪਈਆਂ। ਮੈਂ ਕਿਹਾ ਜੀ ਚੰਡੀਗੜ੍ਹ ਹਿਊਮਨ ਰਾਈਟ ਦੇ ਵਿੱਚ ਮੈਂ ਦਰਖਾਸਤ ਦੇ ਕੇ ਆ ਗਿਆ, DGP ਸਾਹਿਬ ਨੂੰ ਮੈਂ ਦਰਖਾਸਤ ਪਾਈ ਹੈ, CM ਸਾਹਿਬ ਨੂੰ ਮੈਂ 2 ਦਰਖਾਸਤਾਂ, ਪਹਿਲਾਂ ਚੰਨੀ ਸਾਹਿਬ ਨੂੰ ਦਰਖਾਸਤ ਪਾਈ, ਹੁਣ ਭਗਵੰਤ ਮਾਨ ਸਾਹਿਬ ਨੂੰ ਪਾਈ ਹੈ, ਤੇ ਹਾਲੇ ਤੱਕ ਕੋਈ ਇਨਸਾਫ ਨਹੀਂ। ਆਓ ਜਦ ਸਰਕਾਰ ਦੇ ਦੁਆਰੇ ਤੱਕ ਹੀ ਤੁਸੀਂ ਪਹੁੰਚ ਕੀਤੀ ਆ ਤਾਂ ਉਸ ਤੋਂ ਬਾਅਦ ਫਿਰ ਕੀ ਕੋਈ ਮਿਆਦ ਨਹੀਂ ਰੱਖੀ ਜਾ ਸਕਦੀ ਕਿ ਪੁਲਿਸ ਆਫੀਸਰ ਤੁਹਾਨੂੰ ਇਨਸਾਫ ਦਿਵਾ ਸਕਣਗੇ? ਹੁਣ ਤਾਂ ਕੋਈ ਇਨਸਾਫ ਨਹੀਂ ਮੈਨੂੰ ਮਿਲਦਾ ਜੀ। ਮੈਨੂੰ 100% ਯਕੀਨ ਹੋ ਗਿਆ, ਕਿਉਂਕਿ ਮੈਂ ਜਿਹੜੇ ਅਦਾਰੇ ਜਿੱਥੇ ਪਬਲਿਕ ਦਾ ਹੱਥ ਪੈਂਦਾ ਉੱਥੇ ਦਰਖਾਸਤਾਂ ਦੇ ਚੁੱਕੇ ਹੋ। ਹਾਂ, ਤੇ ਉਲਟਾ ਮੈਨੂੰ ਆ ਕੇ ਬਿਆਨ ਲਿਖਾ ਕੇ ਜਾਓ ਜੀ। ਮੈਂ ਕਿਹਾ ਮੇਰੇ ਬੰਦੇ ਫੜ ਲਏ, ਬੰਦੇ ਫੜ ਲਓ, ਮੈਂ ਬਿਆਨ ਲਿਖਾ ਜੂੰਗਾ। ਨਹੀਂ ਤੁਸੀਂ ਬਿਆਨ ਲਿਖਾ ਦਿਓ ਜੀ। ਕੀ ਬਿਆਨ ਲਿਖਾ ਕੇ ਜਾਵਾਂ? ਵੱਡੇ ਜੇ ਆਮ ਲੋਕ, ਆਮ ਜਿਹੜੇ ਗਰੀਬ ਲੋਕ ਨੇ, ਉਹਨਾਂ ਦਾ ਕੀ ਬਣਦਾ ਹੋਊਗਾ ਜਿਨ੍ਹਾਂ ਦੇ ਚੋਰੀਆਂ ਡਾਕੇ ਕਤਲ ਹੋ ਜਾਂਦੇ ਨੇ? ਪਰ ਵੱਡੀ ਗੱਲ ਆ, ਗਰੀਬ ਦੀ ਕੋਈ ਸੁਣਵਾਈ ਨਹੀਂ। ਗਰੀਬ ਦੀ ਕੋਈ ਸੁਣਵਾਈ ਨਹੀਂ। ਹੁਣ ਥੋੜ੍ਹੀ ਜਿਹੀ ਹੈ, CM ਸਾਹਿਬ ਸਰ ਭਗਵੰਤ ਸਿੰਘ ਜੀ ਨੇ, ਇਹਨਾਂ ਤੋਂ ਉਮੀਦ ਹੈਗੀ ਆ ਵੀ ਇਹ ਮੈਂ ਦੇਖਿਆ ਆਮ ਤੌਰ 'ਤੇ ਸੇਵਾ ਕੇਂਦਰਾਂ ਦੇ ਵਿੱਚ ਕਾਫੀ ਸੁਣਵਾਈ ਹੈਗੀ ਹੈ, ਤੇ ਹੁਣ ਉਮੀਦ ਹੈਗੀ ਆ ਵੀ ਸ਼ਾਇਦ ਸੁਣਵਾਈ ਹੋ ਜਾਵੇ ਮਾਨ ਸਾਹਿਬ ਦੀ ਸਰਕਾਰ ਵੇਲੇ। ਕਿਤੇ ਐਂ ਤਾਂ ਨਹੀਂ ਲੱਗਦਾ ਹੁੰਦਾ? ਮਨਜੀਤ ਸਿੰਘ ਕਹਿੰਦੇ ਵੀ ਕਈ ਵਾਰੀ ਪੁਲਿਸ ਪੈਸੇ ਦੀ ਡਿਮਾਂਡ ਤੇ ਵੀ ਝਾਕ ਨਾ ਰੱਖਦੀ ਆ, ਵੀ ਤੁਹਾਡਾ ਕੰਮ ਨਾ ਕੀਤਾ ਹੋਵੇ, ਕਈ ਵਾਰੀ ਹੋ ਜਾਂਦਾ। ਕਈ ਵਾਰੀ ਖੈਰ ਮੇਰੇ ਤੋਂ ਪੈਸਾ ਮੰਗਿਆ ਤਾਂ ਕਿਸੇ ਨੇ ਹੈ ਨਹੀਂ। ਮੈਂ ਅਫਸਰ ਨੂੰ ਇਹ ਗੱਲ ਕਹੀ ਵੀ ਮੇਰੀ ਕਾਰ, ਮੇਰੇ ਕੋਲ ਗੱਡੀ ਖੜੀ ਆ, ਮੈਂ ਤੇਲ ਦੀ ਗੱਡੀ ਦੀ ਟੈਂਕੀ ਭਰਾ ਕੇ ਦਿੰਦਾ, ਜਿੱਥੇ ਤੁਹਾਨੂੰ ਮੁਲਜ਼ਮ ਦਾ ਪਤਾ ਲੱਗਦਾ ਲਿਓ ਫੜ ਲਿਓ। ਕਿਉਂ ਆਮ ਲੋਕਾਂ 'ਚ ਚਰਚਾਵਾਂ ਹੁੰਦੀਆਂ, ਕਹਿੰਦੇ ਜੇ ਪੈਸੇ ਦੇਤੇ ਤਾਂ ਕੰਮ ਹੋ ਗਿਆ। ਨਹੀਂ ਖੈਰ ਮੇਰੇ ਤੋਂ ਪੈਸਾ ਨਹੀਂ ਮੰਗਿਆ ਕਿਸੇ ਨੇ, ਮੈਂ ਝੂਠ ਬੋਲਾਂ। ਮੈਂ ਗੱਡੀ ਦੀ ਆਫਰ ਜ਼ਰੂਰ ਕੀਤੀ 1-2 ਅਫਸਰਾਂ ਮੂਹਰੇ ਵੀ ਜੇ ਕਿਸੇ ਕੋਲ ਨਹੀਂ ਪ੍ਰੋਬਲਮ ਹੈ, ਕਿਸੇ ਕੋਲ ਮਤਲਬ ਨਹੀਂ ਗੱਡੀ ਹੈਗੀ, ਮੇਰੀ ਗੱਡੀ ਲਾ ਜਾਓ, ਮੈਂ ਤੇਲ ਪਵਾ ਦੇਣਾ 10,000 20,000 ਰੁਪਏ ਦਾ, ਪਰ ਮੈਨੂੰ ਇਨਸਾਫ ਤਾਂ ਦਿਓ। ਮੇਰਾ ਤਾਂ ਮਾਨ ਸਾਹਿਬ ਘਰ ਦਾ ਦੀਵਾ ਬੁਝਾਤਾ ਇਹਨਾਂ ਨੇ। ਮੇਰੇ ਪੋਤਿਆਂ ਨੇ ਜਨਮ ਲੈਣਾ ਸੀ, ਮੇਰੇ ਪੜੋਤਿਆਂ ਨੇ ਜਨਮ ਲੈਣਾ ਸੀ, ਮੇਰੀ ਵੰਸ਼ ਖਤਮ ਕਰਤੀ ਹੈ ਲੋਕਾਂ ਨੇ। ਵੰਸ਼ ਖਤਮ। ਮੇਰਾ ਘਰੇ ਵੜਨ ਨੂੰ, ਅੰਦਰ ਵੜਨ ਨੂੰ ਜੀਅ ਨਹੀਂ ਕਰਦਾ। ਜੇ ਮੇਰੀਆਂ ਧੀਆਂ ਨਾ ਹੁੰਦੀਆਂ ਮੈਂ ਅੱਜ ਉਹਨੂੰ ਆਪਣਾ ਸੁਸਾਈਡ ਕਰ ਜਾਂਦਾ। ਬੜਾ ਬਨ ਭਰਿਆ ਹੋਇਆ ਮਨਜੀਤ ਸਿੰਘ ਚ, ਭਾਵੇਂ ਕਿ 5 ਸਾਲ ਹੋ ਗਏ ਮਨਜੀਤ ਸਿੰਘ ਦੇ ਪੁੱਤਰ ਨੂੰ ਇਹਨਾਂ ਤੋਂ ਵਿਛੜੇ ਨੂੰ, ਜਿਹਦਾ ਮਰਡਰ ਹੋਇਆ। ਕਹਿੰਦੇ 2 ਸਾਲ ਬਾਅਦ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ, ਪਰ ਬੜੀਆਂ ਆਸਾਂ ਹੁੰਦੀਆਂ ਨੇ ਪੰਜਾਬ ਪੁਲਿਸ ਤੇ, ਬਹੁਤ ਵੱਡੀਆਂ ਆਸਾਂ ਹੁੰਦੀਆਂ ਨੇ। ਬਾਹਰਲੇ ਸੂਬਿਆਂ ਦੇ ਵਿੱਚ ਵੀ ਨਾਮ ਚੱਲਦਾ, ਕਹਿੰਦੇ ਪੰਜਾਬ ਪੁਲਿਸ ਤੋਂ ਹਰ ਇੱਕ ਇਨਸਾਨ ਡਰਦਾ। ਪਰ ਇੱਕ ਤੁਹਾਨੂੰ ਉਹ ਮਿਸਾਲ ਅਸੀਂ ਦਿਖਾਈ ਆ, ਮਨਜੀਤ ਸਿੰਘ ਨੇ, ਇੰਸਪੈਕਟਰ ਰਿਟਾਇਰ ਹੋਏ ਨੇ, ਇਹਨਾਂ ਦੇ ਬੇਟੇ ਦਾ ਕਹਿੰਦੇ ਕਤਲ ਹੋ ਜਾਂਦਾ 2017 ਦੇ ਵਿੱਚ। 2 ਸਾਲ ਬਾਅਦ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ, ਉਸ ਦੇ ਆਧਾਰ 'ਤੇ ਪਰਚਾ ਦਰਜ ਕੀਤਾ ਜਾਂਦਾ। ਉਸ ਸਮੇਂ ਦੇ SHO ਜੈਇੰਦਰ ਰੰਧਾਵਾ ਹੁੰਦੇ ਨੇ ਸਦਰ ਨਾਭਾ ਦੇ ਵਿੱਚ। ਪਹਿਲਾਂ ਤਾਂ ਕਹਿੰਦੇ ਪਰਚਾ ਬੜਾ ਔਖਾ ਦਰਜ ਕੀਤਾ ਗਿਆ, ਮਿੰਨਤਾਂ ਕਰ ਕਰਕੇ ਪਰਚਾ ਦਰਜ ਕਰਵਾਇਆ, ਪਰ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ। ਕਾਰਵਾਈ ਕਰਨ ਤੋਂ ਬਜਾਏ ਫਿਰ ਕਈ SSP ਦੇ ਦਰਬਾਰ ਦੇ ਵਿੱਚ ਵੀ ਜਾ ਕੇ ਮਿਹਨਤਦਾਰੀਆਂ ਕੀਤੀਆਂ, SIT ਬਣਾਈ ਗਈ, ਪਰ ਫਿਰ ਵੀ ਇਨਸਾਫ ਨਾ ਮਿਲਿਆ। ਪਰ ਅੱਜ ਇਸ ਨੂੰ ਮੀਡੀਆ ਦਾ ਸਹਾਰਾ ਲੈਣਾ ਪਿਆ। ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਤੋਂ ਵੀ ਆਸ ਆ, ਕਹਿੰਦੇ ਵੱਜੀ ਆ। ਪਹਿਲਾਂ ਚੰਨੀ ਮੁੱਖ ਮੰਤਰੀ ਨੂੰ ਵੀ ਅਸੀਂ ਦਰਖਾਸਤ ਦਿੱਤੀ, ਪਰ ਫਿਰ ਵੀ ਕੋਈ ਇਨਸਾਫ ਨਾ ਮਿਲਿਆ। ਪਰ ਹੁਣ ਇਹਨਾਂ ਨੇ ਆਖਰ ਗੱਲ ਇੱਥੋਂ ਤੱਕ ਵੀ ਕਹਿ ਦਿੱਤੀ, ਜੇ ਇਨਸਾਫ ਨਾ ਮਿਲਿਆ ਤਾਂ ਮੈਂ ਸੁਸਾਈਡ ਕਰ ਜਾਵਾਂਗਾ। ਨਾਭਾ ਤੋਂ ਹਰਮੀਤ ਸਿੰਘ ਮਾਨ।